प्यारे विद्यार्थियों, सब तो पहला सारे विद्यार्थियों ਨੂੰ सत श्री अकाल। सो इस लैक्चर ਦੇ ਵਿੱਚ ਤੁਹਾਡਾ स्वागत है। प्यारे विद्यार्थियों, ਆਪਣੇ ਘਰਾਂ 'ਚ ਬੈਠੇ ਵਿਦਿਆਰਥੀਆਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਪੜ੍ਹਾਉਣ ਲਈ ਸਿੱਖਿਆ ਵਿਭਾਗ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ। ਉਸੇ ਲੜੀ ਤਹਿਤ ਅੱਜ ਮੈਂ ਵੱਖ-ਵੱਖ ਜਮਾਤਾਂ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਲ ਪਾਠ ਵਿਆਕਰਨ ਲੈ ਕੇ ਹਾਜ਼ਰ ਹੋਇਆ ਹਾਂ। ਪਿਆਰੇ ਵਿਦਿਆਰਥੀਓ, ਅੱਜ ਦੇ ਇਸ ਲੈਕਚਰ ਵਿੱਚ ਅਸੀਂ ਵਿਆਕਰਨ ਬਾਰੇ ਜਾਣਾਂਗੇ ਕਿ ਵਿਆਕਰਨ ਹੁੰਦੀ ਕੀ ਹੈ, ਵਿਆਕਰਨ ਦਾ ਸਰੂਪ ਕੀ ਹੈ, ਇਹਦਾ ਮੰਤਵ ਕੀ ਹੈ, ਇਹਦਾ ਉਦੇਸ਼ ਕੀ ਹੈ, ਵਿਆਕਰਨ ਦੀ ਲੋੜ ਕੀ ਹੈ, ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਵਿਆਕਰਨ ਦੀ ਪੜ੍ਹਾਈ ਦੀ ਕਿੰਨੀ ਕੁ ਲੋੜ ਪੈਂਦੀ ਹੈ, ਵਿਆਕਰਨ ਦੇ ਕਿੰਨੇ ਅੰਗ ਹਨ ਤੇ ਵਿਆਕਰਨ ਦੇ ਘੇਰੇ ਵਿੱਚ ਕੀ ਕੀ ਲਿਆ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਅਸੀਂ ਆਪਣੀ ਗੱਲਬਾਤ ਜਾਰੀ ਰੱਖਾਂਗੇ ਵਿਆਕਰਨ ਬਾਰੇ। ਪੜ੍ਹਨ ਤੋਂ ਬਾਅਦ ਅਸੀਂ ਸਾਡੀ ਪਾਠ ਪੁਸਤਕ ਵਿੱਚ ਦਿੱਤੇ ਹੋਏ ਅਭਿਆਸ ਨੂੰ ਵੀ ਕਰਾਂਗੇ। ਸੋ ਇਹ ਸਾਰੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਉਦਾਹਰਨਾਂ ਨਾਲ ਤੁਹਾਨੂੰ ਵਿਆਕਰਨ ਦੇ ਸੰਕਲਪ ਤੋਂ ਜਾਣੂ ਕਰਾਉਂਦਾ ਹਾਂ ਕਿ ਵਿਆਕਰਨ ਹੁੰਦੀ ਕੀ ਹੈ, ਵਿਆਕਰਨ ਦੀ ਪਰਿਭਾਸ਼ਾ ਕੀ ਹੈ। ਉਸ ਤੋਂ ਬਾਅਦ ਫਿਰ ਅਸੀਂ ਅੱਗੇ ਆਪਣੀ ਗੱਲਬਾਤ ਜਾਰੀ ਰੱਖਾਂਗੇ। ਪਿਆਰੇ ਵਿਦਿਆਰਥੀਓ, ਵਿਆਕਰਨ ਦੇ ਸਰੂਪ ਨੂੰ ਸਮਝਣ ਲਈ, ਵਿਆਕਰਨ ਦੀ ਪਰਿਭਾਸ਼ਾ ਨੂੰ ਸਮਝਣ ਲਈ ਕਿ ਵਿਆਕਰਨ ਹੁੰਦੀ ਕੀ ਹੈ, ਇੱਥੇ ਮੈਂ ਤੁਹਾਡੇ ਨਾਲ ਇੱਕ ਦੋ ਉਦਾਹਰਨਾਂ ਸਾਂਝੀਆਂ ਕਰਦਾ। ਇਹ ਉਦਾਹਰਨਾਂ ਤੋਂ ਬਾਅਦ ਆਸ ਕਰਦਾ ਹੈ ਕਿ ਤੁਸੀਂ ਇਹ ਚੰਗੀ ਤਰ੍ਹਾਂ ਸਮਝ ਲਓਗੇ ਕਿ ਵਿਆਕਰਨ ਕੀ ਹੁੰਦੀ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਕਿਸੇ ਵੀ ਵਾਕ ਦੇ ਵਿੱਚ ਕਰਤਾ, ਕਰਮ ਤੇ ਕਿਰਿਆ, ਇਹ ਤਿੰਨ ਮੁੱਖ ਚੀਜ਼ਾਂ ਨੇ। ਇਹ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਵੱਖ-ਵੱਖ ਕਲਾਸਾਂ ਦੇ ਵਿੱਚ। ਅੰਗਰੇਜ਼ੀ ਵਿੱਚ ਕਰਤਾ ਨੂੰ ਕਹਿੰਦੇ ਆ ਸਬਜੈਕਟ, ਕਰਮ ਨੂੰ ਕਹਿੰਦੇ ਆ ਆਬਜੈਕਟ ਤੇ ਕਿਰਿਆ ਨੂੰ ਕਹਿੰਦੇ ਆ ਵਰਬ। ਕਰਤਾ ਹੁੰਦਾ ਹੈ ਕਿਸੇ ਵੀ ਕੰਮ ਨੂੰ ਕਰਨ ਵਾਲਾ, ਕਿਰਿਆ ਹੁੰਦੀ ਹੈ ਜੋ ਵਾਪਰ ਰਿਹਾ ਹੁੰਦਾ ਹੈ, ਤੇ ਕਰਮ ਹੁੰਦਾ ਹੈ ਜਿਸ ਤੇ ਕਿਰਿਆ ਦਾ ਫਲ ਪੈਂਦਾ ਹੈ। ਭਾਵ ਕਿ ਕਿਰਿਆ ਜਿਹਦੇ ਤੇ ਵਾਪਰ ਰਹੀ ਹੈ ਉਹਨੂੰ ਕਰਮ ਕਹਿੰਦੇ ਆ। ਸੋ ਹੁਣ ਅਸੀਂ ਪੰਜਾਬੀ ਦਾ ਇੱਕ ਵਾਕ ਲੈਂਦੇ ਹਾਂ ਉਦਾਹਰਨ ਵਜੋਂ। ਸਾਡੇ ਕੋਲ ਹੈ, ਉਹ ਸਕੂਲ ਜਾਂਦਾ ਹੈ। ਤੇ ਆਹ ਲਾ ਕੇ ਅਸੀਂ ਪਿੱਛੇ ਡੰਡੀ, ਇਹ ਵੀ ਯਾਦ ਰੱਖਣੀ ਹੈ। ਇਸੇ ਨੂੰ ਹੁਣ ਅਸੀਂ ਅੰਗਰੇਜ਼ੀ 'ਚ ਲਿਖਦੇ ਹਾਂ। ਸਾਡੇ ਕੋਲ ਬਣ ਗਿਆ ਹੀ goes to school ਤੇ ਆਹ ਲਾਤਾ ਅਸੀਂ ਪਿੱਛੇ ਫੁੱਲ ਸਟਾਪ। ਹੁਣ ਅਸੀਂ ਇਹਨਾਂ ਦੋਹਾਂ ਵਾਕਾਂ ਨੂੰ ਇਹਦੇ ਮੁਤਾਬਕ ਵੰਡਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਸ਼ਬਦ ਉਹ, ਇਹ ਇਸ ਵਾਕ ਦਾ ਕਰਤਾ ਹੈ। ਇਹ ਕੀ ਹੈ? ਕਰਤਾ। ਉਸ ਤੋਂ ਅੱਗੇ ਆ ਗਿਆ ਸਕੂਲ। ਸਕੂਲ ਇਸ ਵਾਕ ਦਾ ਆਬਜੈਕਟ ਜਾਂ ਕਰਮ ਹੈ। ਉਸ ਤੋਂ ਬਾਅਦ ਆ ਗਿਆ ਜਾਂਦਾ ਹੈ। ਇਹ ਇਸ ਵਾਕ ਦਾ, ਇਸ ਵਾਕ ਦੀ ਕਿਰਿਆ ਹੈ। ਇਸੇ ਤਰ੍ਹਾਂ ਹੁਣ ਅਸੀਂ ਇਸ ਨੂੰ ਵੰਡਦੇ ਹਾਂ। ਹੀ ਇਸ ਵਾਕ ਦਾ ਸਬਜੈਕਟ ਹੈ। ਗੋਜ ਇਸ ਵਾਕ ਦੀ ਵਰਬ ਹੈ ਤੇ ਸਕੂਲ ਇਸ ਵਾਕ ਦਾ ਆਬਜੈਕਟ ਹੈ।
ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਇਸ ਤੇ ਇਸ ਵਾਕ ਦਾ ਭਾਵ ਇੱਕ ਹੈ। ਭਾਸ਼ਾ ਬੇਸ਼ੱਕ ਅਲੱਗ-ਅਲੱਗ ਹੈ, ਉਹ ਪੰਜਾਬੀ 'ਚ ਲਿਖਿਆ ਹੈ, ਉਹ ਅੰਗਰੇਜ਼ੀ 'ਚ ਲਿਖਿਆ ਹੈ। ਭਾਸ਼ਾ ਬੇਸ਼ੱਕ ਅਲੱਗ-ਅਲੱਗ ਹੈ, ਪਰੰਤੂ ਦੋਹਾਂ ਵਿੱਚ ਗੱਲ ਇੱਕ ਹੈ, ਦੋਹਾਂ ਵਿੱਚ ਭਾਵ ਇੱਕ ਹੈ। ਪਰੰਤੂ ਜਦੋਂ ਅਸੀਂ ਇਹਨਾਂ ਨੂੰ ਲਿਖਿਆ ਹੈ, ਤੁਸੀਂ ਇਹ ਯਾਦ ਰੱਖਣਾ ਕਿ ਪੰਜਾਬੀ ਦੇ ਵਾਕ ਦੇ ਵਿੱਚ ਵਾਕ ਦੀ ਵਿਉਂਤ ਕੀ ਰਹੀ ਹੈ? ਕਰਤਾ, ਕਰਮ ਤੇ ਕਿਰਿਆ। ਕਰਤਾ, ਕਰਮ ਤੇ ਕਿਰਿਆ। ਦੂਸਰੇ ਵਾਕ ਦੀ ਵਿਉਂਤ ਕੀ ਰਹੀ ਹੈ? ਸਬਜੈਕਟ, ਵਰਬ ਐਂਡ ਆਬਜੈਕਟ। ਇਹ ਹੁਣ ਤੁਸੀਂ ਦੋਨਾਂ ਦੀ ਵਾਕ ਵਿਉਂਤ ਯਾਦ ਰੱਖਣੀ, ਕਰਤਾ, ਕਰਮ ਤੇ ਕਿਰਿਆ। ਅੰਗਰੇਜ਼ੀ ਦੀ ਸਬਜੈਕਟ, ਵਰਬ ਤੇ ਆਬਜੈਕਟ। ਸੋ ਦੋਹਾਂ ਵਾਕਾਂ ਦੀ ਕੀ ਵਾਕ ਵਿਉਂਤ ਲੱਭੀ ਸੀ ਅਸੀਂ? ਕਰਤਾ, ਕਰਮ ਤੇ ਕਿਰਿਆ। ਦੂਜੇ ਦੀ ਸਬਜੈਕਟ, ਵਰਬ ਤੇ ਆਬਜੈਕਟ। ਕਰਤਾ, ਕਰਮ, ਕਿਰਿਆ, ਸਬਜੈਕਟ, ਵਰਬ ਤੇ ਆਬਜੈਕਟ। ਹੁਣ ਪਿਆਰੇ ਵਿਦਿਆਰਥੀਓ, ਪਹਿਲਾਂ ਵੀ ਗੱਲ ਕੀਤੀ ਸੀ ਕਿ ਦੋਨੇ ਵਾਕ ਬੇਸ਼ੱਕ ਅਲੱਗ-ਅਲੱਗ ਭਾਸ਼ਾਵਾਂ ਦੇ ਸੀ, ਲੇਕਿਨ ਦੋਹਾਂ ਦਾ ਅਰਥ ਇੱਕ ਸੀ। ਦੋਹਾਂ ਦਾ ਅਰਥ ਇੱਕ ਸੀ ਤੇ ਫਿਰ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖਣ ਨਾਲ ਉਹਨਾਂ ਦੀ ਵਾਕ ਵਿੱਚ ਵਿਉਂਤ ਵਿੱਚ ਕਿਉਂ ਫਰਕ ਪੈ ਗਿਆ? ਦੇਖੋ, ਇਹ ਕਰਮ ਸੀ ਜਿਹੜਾ, ਇਹ ਪਿੱਛੇ ਚਲਾ ਗਿਆ ਤੇ ਜਿਹੜੀ ਇਹ ਕਿਰਿਆ ਸੀ ਭਾਸ਼ਾ ਬਦਲਣ ਦੇ ਨਾਲ ਇਹ ਅੱਗੇ ਆ ਗਈ। ਗੱਲ ਸਮਝੇ? ਹੁਣ ਇਹ ਕਿਉਂ ਵਾਪਰਿਆ? ਕਿਉਂ ਐ ਹੋਇਆ ਕਿ ਇੱਕੇ ਗੱਲ ਨੂੰ ਇੱਕ ਭਾਸ਼ਾ ਹੋਰ ਤਰੀਕੇ ਨਾਲ ਲਿਖ ਰਹੀ ਹੈ, ਦੂਜੀ ਭਾਸ਼ਾ ਉਹਨੂੰ ਹੋਰ ਤਰੀਕੇ ਨਾਲ ਲਿਖ ਰਹੀ ਹੈ। ਸੋ ਅਸੀਂ ਇਸ ਤੋਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਹਰ ਇੱਕ ਭਾਸ਼ਾ ਦੇ ਆਪਦੇ ਨਿਯਮ ਹੈ। ਭਾਵ ਕਿ ਜਿਹੜੇ ਇਸ ਪੰਜਾਬੀ ਭਾਸ਼ਾ ਦਾ ਨਿਯਮ ਇਹ ਕਹਿੰਦਾ ਸੀਗਾ ਕਿ ਕਰਤਾ, ਕਰਮ ਤੇ ਕਿਰਿਆ ਲਿਖਣਾ। ਅੰਗਰੇਜ਼ੀ ਭਾਸ਼ਾ ਦਾ ਨਿਯਮ ਇਹ ਕਹਿੰਦਾ ਕਿ ਸਬਜੈਕਟ, ਵਰਬ ਤੇ ਆਬਜੈਕਟ ਲਿਖਣਾ। ਸੋ ਹਰੇਕ ਭਾਸ਼ਾ ਦੇ ਨਿਯਮ ਹੁੰਦੇ ਆ, ਇਹਦੇ ਆਪਦੇ ਨਿਯਮ, ਇਹਦੇ ਆਪਦੇ ਨਿਯਮ ਹੈ। ਸੋ ਕਿਸੇ ਵੀ ਭਾਸ਼ਾ ਦੇ ਜਿਹੜੇ ਇਹ ਨਿਯਮ ਹੁੰਦੇ ਆ, ਉਹਨਾਂ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਹਿੰਦੇ ਆ। ਇੱਕ ਉਦਾਹਰਨ। ਦੂਸਰੀ, ਜਦੋਂ ਅਸੀਂ ਇੱਥੇ ਵਾਕ ਲਿਖੇ ਸੀ, ਗੱਲ ਇੱਕ ਸੀ, ਭਾਵ ਇੱਕ ਸੀ, ਪਰੰਤੂ ਅਸੀਂ ਪੰਜਾਬੀ ਵਾਲੇ ਵਾਕ ਦੇ ਪਿੱਛੇ ਡੰਡੀ ਲਾਈ ਸੀ ਤੇ ਅੰਗਰੇਜ਼ੀ ਵਾਲੇ ਵਾਕ ਦੇ ਪਿੱਛੇ ਲਾਇਆ ਸੀ ਫੁੱਲ ਸਟਾਪ। ਕਿਉਂਕਿ ਪੰਜਾਬੀ ਭਾਸ਼ਾ ਕਹਿੰਦੀ ਹੈ ਜਦੋਂ ਕੋਈ ਵਾਕ ਖਤਮ ਹੁੰਦਾ ਹੈ, ਪੂਰਨ ਵਿਸ਼ਰਾਮ ਹੋ ਜਾਂਦਾ ਹੈ, ਤਾਂ ਉੱਥੇ ਡੰਡੀ ਦੀ ਵਰਤੋਂ ਕਰਨੀ ਹੈ। ਤੇ ਅੰਗਰੇਜ਼ੀ ਭਾਸ਼ਾ ਕਹਿੰਦੀ ਹੈ ਕਿ ਜਦੋਂ ਕੋਈ ਗੱਲ ਪੂਰੀ ਹੋ ਜਾਂਦੀ ਹੈ, ਪੂਰਨ ਵਿਸ਼ਰਾਮ ਹੋ ਜਾਂਦਾ, ਤਾਂ ਉੱਥੇ ਫੁੱਲ ਸਟਾਪ ਦੀ ਵਰਤੋਂ ਕਰਨੀ ਹੈ। ਇਹ ਮੈਂ ਵਿਸ਼ਰਾਮ ਚਿੰਨ੍ਹਾਂ ਦੀ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਵਿਸ਼ਰਾਮ ਚਿੰਨ੍ਹ ਵੀ ਸਾਡੀ ਵਿਆਕਰਨ ਦਾ ਹਿੱਸਾ ਨੇ। ਤੀਜੀ ਉਦਾਹਰਨ, ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਿੰਦੀ ਨੂੰ ਲਿਖਣ ਲਈ ਦੇਵਨਾਗਰੀ ਦੀ, ਅੰਗਰੇਜ਼ੀ ਨੂੰ ਲਿਖਣ ਲਈ ਰੋਮਨ ਦੀ। ਭਾਵ ਕਿ ਪੰਜਾਬੀ ਨੂੰ ਰੋਮਨ ਵਿੱਚ ਨਹੀਂ ਲਿਖਿਆ ਜਾ ਸਕਦਾ, ਅੰਗਰੇਜ਼ੀ ਨੂੰ ਗੁਰਮੁਖੀ ਵਿੱਚ ਨਹੀਂ ਲਿਖਿਆ ਜਾ ਸਕਦਾ, ਪੰਜਾਬੀ ਨੂੰ ਦੇਵਨਾਗਰੀ ਵਿੱਚ ਨਹੀਂ ਲਿਖਿਆ ਜਾ ਸਕਦਾ, ਹਿੰਦੀ ਨੂੰ ਗੁਰਮੁਖੀ ਵਿੱਚ ਨਹੀਂ ਲਿਖਿਆ ਜਾ ਸਕਦਾ। ਇਹ ਵੀ ਵਿਆਕਰਨ ਦਾ ਨਿਯਮ ਹੈ, ਇਹ ਵੀ ਭਾਸ਼ਾ ਦੇ ਨਿਯਮ ਨੇ। ਉਸ ਤੋਂ ਅੱਗੇ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਕੋਲੇ 41 ਅੱਖਰ ਹੈ। ਭਾਵ ਕਿ 41 ਅੱਖਰਾਂ ਦੇ ਵਿੱਚ ਸਾਰੀ ਪੰਜਾਬੀ ਲਿਖੀ ਜਾ ਸਕਦੀ ਹੈ।
ਹਿੰਦੀ ਭਾਸ਼ਾ ਨੂੰ ਲਿਖਣ ਵਾਸਤੇ ਦੇਵਨਾਗਰੀ ਕੋਲੇ 52 ਅੱਖਰ ਹੈ। ਅੰਗਰੇਜ਼ੀ ਭਾਸ਼ਾ ਨੂੰ ਲਿਖਣ ਲਈ ਰੋਮਨ ਕੋਲੇ ਸਿਰਫ 26 ਅੱਖਰ ਹੈ। ਸੋ ਇਹ ਅੰਗਰੇਜ਼ੀ ਸ਼ਬਦ 26 ਅੱਖਰਾਂ ਨਾਲ ਸਾਰ ਰਹੀ ਹੈ, ਗੁਰਮੁਖੀ 41 ਅੱਖਰਾਂ ਨਾਲ, ਤੇ ਦੇਵਨਾਗਰੀ ਕੋਲੇ 52 ਅੱਖਰ ਹੈ ਹਿੰਦੀ ਨੂੰ ਲਿਖਣ ਵਾਸਤੇ। ਸੋ ਇਹ ਵੀ ਸਾਰੇ ਭਾਸ਼ਾ ਦੇ ਨਿਯਮ ਨੇ। ਸੋ ਇਹਨਾਂ ਸਾਰੇ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਿਹਾ ਜਾਂਦਾ ਹੈ। ਸੋ ਆਸ ਕਰਦਾ ਹੈ ਕਿ ਤੁਸੀਂ ਇਹ ਸਾਰੀਆਂ ਗੱਲਾਂ ਧਿਆਨ ਨਾਲ ਸੁਣੀਆਂ, ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਹਰ ਇੱਕ ਭਾਸ਼ਾ ਦੇ ਵਰਤਾਰੇ ਪਿੱਛੇ ਕੁਝ ਨਿਯਮ ਕੰਮ ਕਰਦੇ ਹੈ। ਭਾਵ ਹਰ ਇੱਕ ਭਾਸ਼ਾ ਦੇ ਆਪਣੇ ਆਪਣੇ ਕੁਝ ਨਿਯਮ ਹੈ ਤੇ ਉਹਨਾਂ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਇੱਕ ਮਨੁੱਖ ਜਦੋਂ ਆਪਣੇ ਵਿਚਾਰ ਜਾਂ ਮਨ ਦੇ ਭਾਵ ਦੂਜੇ ਮਨੁੱਖਾਂ ਨਾਲ ਸਾਂਝੇ ਕਰਦਾ ਹੈ, ਉਸ ਨੂੰ ਭਾਸ਼ਾ ਕਿਹਾ ਜਾਂਦਾ ਹੈ। ਤੇ ਹਰ ਇੱਕ ਭਾਸ਼ਾ ਦੇ ਆਮ ਤੌਰ ਤੇ 4 ਅੰਗ ਹੁੰਦੇ ਆ: ਧੁਨੀ, ਸ਼ਬਦ, ਵਾਕ ਤੇ ਅਰਥ। ਭਾਵ ਕਿ ਮਨੁੱਖ ਬੋਲਣ ਸਮੇਂ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਬਾਹਰ ਕੱਢਦਾ ਹੈ ਉਹਨਾਂ ਨੂੰ ਧੁਨੀ ਕਹਿੰਦੇ ਆ। ਧੁਨੀਆਂ ਦਾ ਸਮੂਹ ਸ਼ਬਦ ਬਣ ਜਾਂਦਾ ਹੈ ਤੇ ਤਰਤੀਬ ਵਿੱਚ ਰੱਖੇ ਹੋਏ ਸ਼ਬਦਾਂ ਦਾ ਸਮੂਹ ਵਾਕ ਬਣ ਜਾਂਦਾ ਹੈ। ਸੋ ਸ਼ਬਦ ਤੇ ਵਾਕ ਦੇ ਬਾਅਦ ਵਿੱਚ ਅਰਥ ਲਏ ਜਾਂਦੇ ਆ। ਸੋ ਜਦੋਂ ਅਸੀਂ ਇਹਨਾਂ ਚਾਰੇ ਅੰਗਾਂ ਨੂੰ ਧਿਆਨ ਨਾਲ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੇ ਪਿੱਛੇ, ਭਾਸ਼ਾ ਦੇ ਵਰਤਾਰੇ ਦੇ ਪਿੱਛੇ ਕੁਝ ਨਾ ਕੁਝ ਨਿਯਮ ਕੰਮ ਕਰਦੇ ਆ। ਸੋ ਇਹਨਾਂ ਨਿਯਮਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ। ਸੋ ਇਹ ਜਿਹੜੇ ਭਾਸ਼ਾ ਦੇ ਵਰਤਾਰੇ ਪਿੱਛੇ ਨਿਯਮ ਕੰਮ ਕਰਦੇ ਆ, ਉਹਨਾਂ ਨਿਯਮਾਂ ਦੇ ਸਮੂਹ ਨੂੰ ਹੀ ਵਿਆਕਰਨ ਕਿਹਾ ਜਾਂਦਾ ਹੈ। ਭਾਸ਼ਾ ਸੰਬੰਧੀ ਨਿਯਮ ਆ ਜਿਹੜੇ, ਉਹ ਕਿਤੋਂ ਬਾਹਰੋਂ ਨਹੀਂ ਆਉਂਦੇ, ਸਗੋਂ ਭਾਸ਼ਾ ਦੀ ਸੰਰਚਨਾ ਦੇ ਵਿੱਚੋਂ ਹੀ ਵਿਕਸਿਤ ਹੁੰਦੇ ਆ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਹਰ ਇੱਕ ਭਾਸ਼ਾ ਦੇ ਆਪਣੇ ਨਿਯਮ ਹੁੰਦੇ ਆ। ਭਾਵ ਕਿ ਹਰ ਇੱਕ ਭਾਸ਼ਾ ਦੀ ਆਪਣੀ ਵਿਆਕਰਨ ਹੁੰਦੀ ਹੈ, ਜਿਹਨੂੰ ਹੋਰ ਕਿਸੇ ਭਾਸ਼ਾ ਦੇ ਉੱਪਰ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਸਕਦਾ। ਹਰ ਭਾਸ਼ਾ ਦੇ ਨਿਯਮ ਉਸ ਦੀ ਬਣਤਰ ਦੀ ਪਰਖ ਕਰਕੇ ਲੱਭਣੇ ਪੈਂਦੇ ਆ। ਸੋ ਇੱਕ ਗੱਲ ਹੋਰ ਕਿ ਵਿਆਕਰਨ ਦੇ ਨਿਯਮਾਂ ਵਿੱਚ ਲਚਕ ਨਹੀਂ ਹੁੰਦੀ, ਪਰ ਕਿਉਂਕਿ ਭਾਸ਼ਾ ਇੱਕ ਗਤੀਸ਼ੀਲ ਵਰਤਾਰਾ ਹੈ, ਭਾਸ਼ਾ ਬਦਲਦੀ ਰਹਿੰਦੀ ਹੈ। ਪੁਰਾਣੇ ਸਮਿਆਂ ਵਿੱਚ ਲੋਕ ਕਹਿੰਦੇ ਸੀ ਕਿ 4 ਕੋਹ ਤੇ ਬੋਲੀ ਬਦਲ ਜਾਂਦੀ ਹੈ, ਕਿ ਥੋੜੀ ਥੋੜੀ ਦੂਰ ਜਾ ਕੇ ਲੋਕਾਂ ਦੀ ਬੋਲੀ ਜਾਂ ਭਾਸ਼ਾ ਬਦਲ ਜਾਂਦੀ ਹੈ। ਇਸ ਤੋਂ ਇਲਾਵਾ ਸਮੇਂ ਦੇ ਸੰਦਰਭ ਵਿੱਚ ਵੀ ਭਾਸ਼ਾ ਬਦਲਦੀ ਰਹਿੰਦੀ ਹੈ। ਜਿਹੜੀ ਭਾਸ਼ਾ ਅਸੀਂ ਅੱਜ ਬੋਲਦੇ ਹਾਂ, ਹੋਰ ਕੁਝ ਸਾਲਾਂ ਨੂੰ ਭਾਸ਼ਾ ਦਾ ਇਸ ਤੋਂ ਸ਼ੁੱਧ ਰੂਪ ਸਾਡੇ ਸਾਹਮਣੇ ਆਏਗਾ, ਵਿਗਾੜ ਵੀ ਆ ਸਕਦਾ ਹੈ। ਸੋ ਸਮੇਂ ਦੀ ਚਾਲ ਅਨੁਸਾਰ ਭਾਸ਼ਾ ਬਦਲਦੀ ਰਹਿੰਦੀ ਹੈ, ਭਾਵ ਕਿ ਭਾਸ਼ਾ ਗਤੀਸ਼ੀਲ ਹੈ। ਇਸ ਕਰਕੇ ਲੋੜ ਅਨੁਸਾਰ ਭਾਸ਼ਾ ਦੇ ਨਿਯਮਾਂ ਦੇ ਵਿੱਚ ਵੀ ਤਬਦੀਲੀ ਕਰਨੀ ਪੈ ਜਾਂਦੀ ਹੈ। ਇਸ ਕਰਕੇ ਭਾਸ਼ਾ ਬਦਲ ਜਾਂਦੀ ਹੈ। ਅਜੋਕੇ ਸਮੇਂ ਦੇ ਪ੍ਰਸੰਗ ਵਿੱਚ ਵਿਆਕਰਨ ਦੀ ਪੜ੍ਹਾਈ ਪੜ੍ਹਨਾ ਜਾਂ ਵਿਆਕਰਨ ਸਿੱਖਣਾ ਬਹੁਤ ਮਹੱਤਵਪੂਰਨ ਹੈ। ਪੁਰਾਣੇ ਸਮੇਂ ਦੇ ਮੁਕਾਬਲੇ ਇਸ ਸਮੇਂ ਵਿਆਕਰਨ ਦੀ ਪੜ੍ਹਾਈ ਪੜ੍ਹਨੀ ਬਹੁਤ ਲਾਜ਼ਮੀ ਹੈ। ਅੱਜ ਜਦੋਂ ਪੂਰਾ ਸੰਸਾਰ ਇੱਕ ਪਿੰਡ ਬਣ ਚੁੱਕਿਆ ਹੈ, ਅੱਜ ਇਸ ਵਿਸ਼ਵੀਕਰਨ ਦੇ ਦੌਰ ਵਿੱਚ ਖਾਸ ਕਰਕੇ ਇੱਕ ਵਿਦਿਆਰਥੀ ਨੂੰ ਇੱਕ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ।
ਤੁਸੀਂ ਦੇਖਦੇ ਹੋ ਕਿ ਜਦੋਂ ਅੱਜ ਵਿਦਿਆਰਥੀ 10ਵੀਂ ਜਾਂ 12ਵੀਂ ਕਰਕੇ ਹਟਦੇ ਆ ਤਾਂ ਸਭ ਤੋਂ ਪਹਿਲੀ ਪ੍ਰੈਫਰੈਂਸ ਉਹਨਾਂ ਦੀ ਹੁੰਦੀ ਹੈ ਕਿ ਅਸੀਂ ਆਈਲੈਸ ਕਰ ਲਈਏ, ਅਸੀਂ ਸਪੀਕਿੰਗ ਕੋਰਸ ਕਰ ਲਈਏ, ਕਿਉਂਕਿ ਅੱਜ ਪ੍ਰਵਾਸ ਦਾ ਦੌਰ ਹੈ, ਲੋਕ ਜਿਹੜੇ ਹੈ ਉਹ ਬਾਹਰ ਨੂੰ ਭੱਜ ਰਹੇ ਨੇ। ਸੋ ਇਸ ਲਈ ਵਪਾਰ ਕਰਨ ਲਈ, ਵੱਖ-ਵੱਖ ਦੇਸ਼ਾਂ ਨਾਲ ਸੰਪਰਕ ਕਾਇਮ ਕਰਨ ਦੇ ਲਈ, ਵੱਖ-ਵੱਖ ਰਾਜਾਂ ਵਿੱਚ ਜਾ ਕੇ ਕੰਮ ਕਰਨ ਲਈ ਸਾਨੂੰ ਉਹਨਾਂ ਰਾਜਾਂ ਦੀਆਂ, ਉਹਨਾਂ ਦੇਸ਼ਾਂ ਦੀਆਂ ਭਾਸ਼ਾਵਾਂ ਆਉਂਦੀਆਂ ਹੋਣੀਆਂ ਚਾਹੀਦੀਆਂ। ਸੋ ਭਾਸ਼ਾਵਾਂ ਸਿੱਖਣ ਲਈ ਸਾਨੂੰ ਉਸ ਭਾਸ਼ਾ ਦੇ ਨਿਯਮ ਪਤਾ ਹੋਣੇ ਚਾਹੀਦੇ ਹੈ, ਵਿਆਕਰਨ ਪਤਾ ਹੋਣੀ ਚਾਹੀਦੀ ਹੈ। ਸੋ ਇੱਕ ਵਿਦਿਆਰਥੀ ਲਈ ਘੱਟੋ ਘੱਟ ਆਪਣੀ ਮਾਤ ਭਾਸ਼ਾ, ਰਾਸ਼ਟਰੀ ਭਾਸ਼ਾ ਤੇ ਅੰਤਰਰਾਸ਼ਟਰੀ ਭਾਸ਼ਾ, ਇਹ ਭਾਸ਼ਾਵਾਂ ਆਉਂਦੀਆਂ ਹੋਣੀਆਂ ਜ਼ਰੂਰੀ ਹੈ। ਇਸ ਤਰ੍ਹਾਂ ਕੋਈ ਵੀ ਵਿਦਿਆਰਥੀ ਆਪਣੇ ਜੀਵਨ ਦੇ ਵਿੱਚ ਫੇਰ ਹੀ ਪੂਰਨ ਤਰੱਕੀ ਕਰ ਸਕਦਾ ਹੈ ਜੇ ਉਹਨੂੰ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਹੈ। ਤੇ ਭਾਸ਼ਾਵਾਂ ਦਾ ਤੇ ਵਿਆਕਰਨ ਦਾ ਗਿਆਨ ਵਿਦਿਆਰਥੀ ਜੀਵਨ ਤੋਂ ਹੀ ਸ਼ੁਰੂ ਹੁੰਦਾ ਹੈ। ਉਹ ਜਿਵੇਂ ਜਿਵੇਂ ਵਿਦਿਆਰਥੀ ਵੱਡਾ ਹੁੰਦਾ ਜਾਂਦਾ, ਭਾਵ ਕਿ ਜਿਵੇਂ ਵੱਡੀਆਂ ਕਲਾਸਾਂ ਵਿੱਚ ਹੁੰਦਾ ਜਾਂਦਾ, ਉਵੇਂ ਉਹਨੂੰ ਭਾਸ਼ਾ ਦਾ ਗਿਆਨ ਜ਼ਿਆਦਾ ਹਾਸਲ ਹੁੰਦਾ ਜਾਂਦਾ ਹੈ ਤੇ ਵਿਆਕਰਨ ਭਾਸ਼ਾ ਦੀ ਪੜ੍ਹਾਈ ਦੇ ਵਿੱਚ ਸ਼ਾਮਲ ਹੈ। ਜੇ ਅਸੀਂ ਵਿਆਕਰਨ ਦੀ ਪੜ੍ਹਾਈ ਪੜ੍ਹਾਂਗੇ ਤਾਂ ਹੀ ਅਸੀਂ ਧੁਨੀਆਂ ਦਾ ਸਹੀ ਉਚਾਰਨ, ਉਹਨਾਂ ਦਾ ਸਹੀ ਪ੍ਰਯੋਗ, ਸ਼ਬਦਾਂ ਦਾ ਸਹੀ ਉਚਾਰਨ, ਉਹਨਾਂ ਦੀ ਸਹੀ ਵਰਤੋਂ, ਵਾਕਾਂ ਦੀ ਸਹੀ ਬਣਤਰ, ਉਹਨਾਂ ਦੀ ਸਹੀ ਵਰਤੋਂ ਤੇ ਸ਼ਬਦਾਂ ਤੇ ਵਾਕਾਂ ਦੇ ਸਹੀ ਅਰਥਾਂ ਨੂੰ ਜਾਣ ਸਕਾਂਗੇ। ਸੋ ਇਸ ਲਈ ਪਿਆਰੇ ਵਿਦਿਆਰਥੀਓ, ਇਹ ਜ਼ਰੂਰੀ ਹੈ ਕਿ ਵਿਦਿਆਰਥੀ ਜੀਵਨ ਦੇ ਵਿੱਚ ਹੀ ਜਿੰਨੀਆਂ ਭਾਸ਼ਾਵਾਂ ਤੁਸੀਂ ਸਿੱਖਣੀਆਂ, ਜਿਹੜੀਆਂ ਵੀ ਭਾਸ਼ਾਵਾਂ ਤੁਸੀਂ ਸਿੱਖਣੀਆਂ, ਤੁਹਾਨੂੰ ਉਹਨਾਂ ਭਾਸ਼ਾਵਾਂ ਦੀ ਵਿਆਕਰਨ ਪੜ੍ਹਨੀ ਜ਼ਰੂਰੀ ਹੈ। ਪਿਆਰੇ ਵਿਦਿਆਰਥੀਓ, ਕਈ ਵਾਰੀ ਇਹ ਸਵਾਲ ਕੀਤਾ ਜਾਂਦਾ ਹੈ ਕਿ ਕੀ ਵਿਆਕਰਨ ਦਾ ਸੰਬੰਧ ਸਿਰਫ ਲਿਖਤੀ ਭਾਸ਼ਾ ਨਾਲ ਹੈ? ਨਹੀਂ, ਵਿਆਕਰਨ ਦਾ ਸੰਬੰਧ ਭਾਸ਼ਾ ਦੇ ਦੋਵੇਂ ਰੂਪਾਂ ਨਾਲ ਹੈ, ਭਾਵ ਕਿ ਬੋਲਚਾਲ ਦੀ ਭਾਸ਼ਾ ਦੇ ਨਾਲ ਵੀ ਸੰਬੰਧ ਹੈ ਤੇ ਲਿਖਤੀ ਭਾਸ਼ਾ ਨਾਲ ਵੀ ਸੰਬੰਧ ਹੈ। ਪਰੰਤੂ ਬੋਲਚਾਲ ਦੀ ਭਾਸ਼ਾ ਵਿਚਲੀ ਵਿਆਕਰਨ ਦਾ ਸਿਰਫ ਇੰਨਾ ਕੁ ਫਰਕ ਹੈ ਕਿ ਬੋਲਚਾਲ ਦੀ ਭਾਸ਼ਾ ਵੇਲੇ ਜਿਹੜਾ ਬੁਲਾਰਾ ਹੁੰਦਾ ਹੈ ਉਹ ਸੁਣਨ ਵਾਲੇ ਦੇ ਸਨਮੁਖ ਹੁੰਦਾ ਹੈ, ਭਾਵ ਕਿ ਉਹਦੇ ਸਾਹਮਣੇ ਹੁੰਦਾ, ਉਹਦੇ ਕੋਲ ਹੁੰਦਾ ਹੈ। ਇਸ ਕਰਕੇ ਉੱਥੇ ਉਹ ਕਈ ਵਾਰ ਵਿਆਕਰਨ ਦੇ ਨਿਯਮਾਂ ਨੂੰ ਛੱਡ ਵੀ ਦਿੰਦਾ ਹੈ, ਭਾਵ ਕਿ ਉਹ ਵਿਆਕਰਨ ਦੇ ਨਿਯਮਾਂ ਵਿੱਚ ਕਿਤੇ ਨਾ ਕਿਤੇ ਖੁੱਲ੍ਹ ਲੈ ਲੈਂਦਾ ਹੈ। ਪਰੰਤੂ ਸਨਮੁਖ ਹੋਣ ਕਰਕੇ ਉਹ ਜਿਹੜੀ ਵਿਆਕਰਨ ਦੇ ਨਿਯਮਾਂ ਵਿੱਚ ਖੁੱਲ੍ਹ ਲਈ ਜਾਂਦੀ ਹੈ, ਉਹਨੂੰ ਆਪਣੀ ਗੱਲ ਨੂੰ ਦੁਹਰਾ ਕੇ ਚਿਹਰੇ ਦੇ ਹਾਵ ਭਾਵਾਂ ਨਾਲ ਜਾਂ ਇਸ਼ਾਰਿਆਂ ਨਾਲ ਪੂਰੀ ਕਰ ਲੈਂਦਾ ਹੈ। ਵਿਆਕਰਨ ਅਸਲ ਵਿੱਚ ਇੱਕ ਅਜਿਹੀ ਪ੍ਰਕਿਰਿਆ ਹੈ ਜਿਹੜੀ ਇਹ ਦੱਸਦੀ ਹੈ ਕਿ ਧੁਨੀ ਤੋਂ ਭਾਵ-ਅੰਸ਼, ਸ਼ਬਦਾਂ ਤੋਂ ਵਾਕ-ਅੰਸ਼, ਵਾਕ-ਅੰਸ਼ ਤੋਂ ਉਪਵਾਕ ਤੇ ਉਪਵਾਕ ਤੋਂ ਵਾਕ ਦਾ ਨਿਰਮਾਣ ਕਿਵੇਂ ਕੀਤਾ ਜਾਂਦਾ ਹੈ ਤੇ ਵਾਕ ਦੇ ਵਿੱਚ ਕਿਹੜੇ-ਕਿਹੜੇ ਤੱਤ ਕਾਰਜਸ਼ੀਲ ਹੁੰਦੇ ਆ। ਇਸ ਤਰ੍ਹਾਂ ਕਿਸੇ ਵੀ ਭਾਸ਼ਾ ਦੇ ਪਿੱਛੇ ਕੰਮ ਕਰਦੇ ਨਿਯਮ ਲੱਭ ਲਏ ਜਾਂਦੇ ਹੈ ਤੇ ਉਹਨਾਂ ਨੂੰ ਉਸ ਭਾਸ਼ਾ ਦੇ ਉੱਪਰ ਲਾਗੂ ਕਰ ਦਿੱਤਾ ਜਾਂਦਾ ਹੈ। ਸੋ ਭਾਸ਼ਾ ਦੇ ਵਿੱਚ ਨਿਯਮਾਂ ਦੀ ਵਰਤੋਂ ਕਿੰਨੀ ਕੁ ਹੁੰਦੀ ਹੈ, ਇਸ ਦੇ ਆਧਾਰ ਤੇ ਹੀ ਉਸ ਦਾ ਸ਼ੁੱਧ ਤੇ ਟਕਸਾਲੀ ਰੂਪ ਨਿਰਧਾਰਿਤ ਕੀਤਾ ਜਾਂਦਾ ਹੈ। ਸਕੂਲ ਪੱਧਰ ਤੇ ਵਿਆਕਰਨ ਦਾ ਆਪਣਾ ਇੱਕ ਵਿਸ਼ੇਸ਼ ਮਹੱਤਵ ਹੈ। ਸੋ ਇਸ ਦੇ ਗਿਆਨ ਤੋਂ ਬਿਨਾਂ ਵਿਦਿਆਰਥੀਆਂ ਅੰਦਰ ਵਿਗਿਆਨਕ ਸੂਝ ਪੈਦਾ ਨਹੀਂ ਹੁੰਦੀ। ਸੋ ਇਸ ਨਾਲ ਕਿਸੇ ਵੀ ਭਾਸ਼ਾ ਦੇ ਮਿਆਰੀ ਰੂਪ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਵਿਆਕਰਨ ਦੀ ਪੜ੍ਹਾਈ ਨਾਲ ਕਿਸੇ ਵੀ ਭਾਸ਼ਾ ਦੀ ਸ਼ੁੱਧ ਵਰਤੋਂ ਕਰਨ ਦੀ ਜਾਂਚ ਪੈਦਾ ਹੁੰਦੀ ਹੈ, ਜਿਹੜੀ ਵਿਦਿਆਰਥੀ ਅੰਦਰ ਸਵੈ ਵਿਸ਼ਵਾਸ ਪੈਦਾ ਕਰਦੀ ਹੈ। ਸੋ ਆਮ ਤੌਰ ਤੇ ਮਾਤ ਭਾਸ਼ਾ ਦੀ ਵਿਆਕਰਨ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਸੋ ਸਾਨੂੰ ਆਪਣੀ ਮਾਤ ਭਾਸ਼ਾ ਵਿੱਚ ਪਰਪੱਕਤਾ ਹੋਣੀ ਚਾਹੀਦੀ ਹੈ। ਇਸ ਲਈ
ਸਾਨੂੰ ਮਾਤ ਭਾਸ਼ਾ ਦੀ ਵਿਆਕਰਨ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਪੜ੍ਹਨਾ ਚਾਹੀਦਾ ਹੈ ਤੇ ਹੋਰ ਭਾਸ਼ਾਵਾਂ ਸਿੱਖਣ ਦੇ ਆਸੇ ਨਾਲ ਹੋਰ ਭਾਸ਼ਾਵਾਂ ਦੀ ਵਿਆਕਰਨ ਨੂੰ ਵੀ ਪੜ੍ਹਨਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਅਸੀਂ ਪੰਜਾਬੀ ਭਾਸ਼ਾ ਦੀ ਵਿਆਕਰਨ ਨੂੰ 4 ਭਾਗਾਂ ਵਿੱਚ ਵੰਡਦੇ ਹਾਂ, ਜਿਸ ਵਿੱਚ ਸਭ ਤੋਂ ਪਹਿਲਾ ਹੈ ਧੁਨੀ ਬੋਧ, ਦੂਸਰਾ ਹੈ ਸ਼ਬਦ ਬੋਧ, ਤੀਸਰਾ ਹੈ ਵਾਕ ਬੋਧ ਤੇ ਚੌਥਾ ਹੈ ਅਰਥ ਬੋਧ। ਭਾਵ ਕਿ ਜਿਸ ਭਾਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਹਨੂੰ ਕਹਿੰਦੇ ਹਨ ਧੁਨੀ ਬੋਧ। ਜਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਹਨੂੰ ਕਹਿੰਦੇ ਹੈ ਸ਼ਬਦ ਬੋਧ। ਜਿਸ ਭਾਗ ਅਧੀਨ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਹਨੂੰ ਕਹਿੰਦੇ ਹੈ ਵਾਕ ਬੋਧ। ਤੇ ਜਿਸ ਭਾਗ ਅਧੀਨ ਸ਼ਬਦਾਂ ਅਤੇ ਵਾਕਾਂ ਦਾ ਅਰਥ ਦੇ ਪੱਖ ਤੋਂ ਅਧਿਐਨ ਕੀਤਾ ਜਾਂਦਾ ਹੈ ਉਹਨੂੰ ਕਹਿੰਦੇ ਹੈ ਅਰਥ ਬੋਧ। ਸੋ ਪਿਆਰੇ ਵਿਦਿਆਰਥੀਓ, ਜਿੰਨੀ ਗੱਲਬਾਤ ਹੋਈ ਹੈ ਤੁਸੀਂ ਇਸ ਨੂੰ ਧਿਆਨ ਨਾਲ ਸੁਣਿਆ, ਤੁਹਾਡਾ ਬਹੁਤ ਧੰਨਵਾਦ। ਹੁਣ ਅਸੀਂ ਇਸ ਪਾਠ ਦੇ ਪਿੱਛੇ ਦਿੱਤੇ ਹੋਏ ਅਭਿਆਸ ਨੂੰ ਕਰਦੇ ਹਾਂ। ਸੋ ਅਭਿਆਸ ਦੇ ਵਿੱਚ ਜਿੰਨੇ ਵੀ ਪ੍ਰਸ਼ਨ ਦਿੱਤੇ ਹੋਏ ਨੇ ਮੈਂ ਤੁਹਾਨੂੰ ਉਹਨਾਂ ਦੇ ਉੱਤਰ ਲਿਖਵਾਉਣਾ ਹੈ। ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਇਹਨਾਂ ਪ੍ਰਸ਼ਨਾਂ ਦੇ ਉੱਤਰ ਲਿਖ ਲਓ ਤੇ ਬਾਅਦ ਵਿੱਚ ਇਹਨਾਂ ਨੂੰ ਆਪਣੀਆਂ ਪੱਕੀਆਂ ਕਾਪੀਆਂ ਦੇ ਉੱਪਰ ਸੁੰਦਰ ਲਿਖਾਈ ਦੇ ਵਿੱਚ ਲਿਖ ਲੈਣਾ। ਪਿਆਰੇ ਵਿਦਿਆਰਥੀਓ, ਆਸ ਕਰਦਾ ਹਾਂ ਕਿ ਜਿੰਨੀ ਗੱਲਬਾਤ ਹੁਣ ਹੋਈ ਤੁਸੀਂ ਇਸ ਸਾਰੀ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਿਆ ਹੋਵੇਗਾ। ਇਸ ਨੂੰ ਸੁਣਨ ਤੋਂ ਬਾਅਦ ਅਸੀਂ ਹੁਣ ਇਸ ਪਾਠ ਵਿੱਚ ਦਿੱਤੇ ਹੋਏ ਅਭਿਆਸ ਬਾਰੇ ਗੱਲਬਾਤ ਕਰਦੇ ਹਾਂ। ਸੋ ਅਭਿਆਸ ਵਿੱਚ ਦਿੱਤੇ ਹੋਏ ਪ੍ਰਸ਼ਨਾਂ ਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਆਪਣੀਆਂ ਕਾਪੀਆਂ ਤੇ ਪੈਨ ਖੋਲ੍ਹ ਲਓ। ਮੈਂ ਤੁਹਾਨੂੰ ਸਾਰੇ ਪ੍ਰਸ਼ਨ ਕਰਵਾਉਂਦਾ ਹਾਂ, ਤੁਸੀਂ ਇਸ ਨੂੰ ਨੋਟ ਕਰ ਲੈਣਾ। ਸੋ ਉਸ ਤੋਂ ਬਾਅਦ ਤੁਸੀਂ ਆਪਣੀਆਂ ਪੱਕੀਆਂ ਕਾਪੀਆਂ ਦੇ ਉੱਪਰ ਬੜੀ ਸੁੰਦਰ ਲਿਖਾਈ ਦੇ ਨਾਲ ਇਸ ਨੂੰ ਲਿਖ ਲੈਣਾ। ਜਦੋਂ ਸਕੂਲ ਗਏ ਤਾਂ ਤੁਸੀਂ ਆਪਣੇ ਅਧਿਆਪਕਾਂ ਨੂੰ ਇਹ ਆਪਣਾ ਕੀਤਾ ਹੋਇਆ ਕੰਮ ਚੈੱਕ ਕਰਵਾ ਦੇਣਾ। ਜੇ ਹੋ ਸਕਦਾ ਹੋਇਆ ਤਾਂ ਇਸ ਕੀਤੇ ਹੋਏ ਕੰਮ ਦੀਆਂ ਫੋਟੋ ਖਿੱਚ ਕੇ ਤੁਸੀਂ ਆਪਣੇ ਅਧਿਆਪਕਾਂ ਨੂੰ WhatsApp ਰਾਹੀਂ ਵੀ ਚੈੱਕ ਕਰਵਾ ਸਕਦੇ ਹੋ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਅਭਿਆਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਭਿਆਸ ਦੇ ਵਿੱਚ ਸਾਡੇ ਕੋਲੇ ਸਭ ਤੋਂ ਪਹਿਲਾ ਪ੍ਰਸ਼ਨ ਹੈ, ਵਿਆਕਰਨ ਕਿਸ ਨੂੰ ਆਖਦੇ ਹਨ? ਪਿਆਰੇ ਵਿਦਿਆਰਥੀਓ, ਜਿਵੇਂ ਇਹ ਤੁਹਾਨੂੰ ਪਹਿਲਾਂ ਵੀ ਬੋਰਡ ਦੇ ਉੱਪਰ ਕਰਾਇਆ ਜਾ ਚੁੱਕਿਆ ਹੈ, ਸੋ ਅਸੀਂ ਫਿਰ ਵੀ ਇਹਨੂੰ ਲਿਖਦੇ ਹਾਂ, ਨੋਟ ਕਰਦੇ ਹਾਂ। ਕਿਸੇ ਵੀ ਭਾਸ਼ਾ ਦੇ ਵਰਤਾਰੇ ਪਿੱਛੇ ਕੰਮ ਕਰਦੇ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਿਹਾ ਜਾਂਦਾ ਹੈ। ਇਸ ਪ੍ਰਕਾਰ ਵਿਆਕਰਨ ਉਹ ਵਿਦਿਆ ਹੈ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਤੇ ਸਮਝਿਆ ਜਾਂਦਾ ਹੈ। ਭਾਵ ਕੋਈ ਵੀ ਭਾਸ਼ਾ ਹੈ ਉਹਦੇ ਆਪਣੇ ਕੁਝ ਨਿਯਮ ਹੁੰਦੇ ਹਨ ਤੇ ਉਸ ਭਾਸ਼ਾ ਦੇ ਉਹ ਸਾਰੇ ਨਿਯਮ ਹੁੰਦੇ ਹਨ, ਉਹਨਾਂ ਦੇ ਸਮੂਹ ਨੂੰ ਹੀ ਵਿਆਕਰਨ ਕਿਹਾ ਜਾਂਦਾ ਹੈ। ਸੋ ਅਭਿਆਸ ਦਾ ਅਗਲਾ ਸਾਡਾ ਪ੍ਰਸ਼ਨ ਹੈ, ਵਿਆਕਰਨ ਦੇ ਨਿਯਮਾਂ ਵਿੱਚ ਤਬਦੀਲੀ ਕਿਉਂ ਕਰਨੀ ਪੈਂਦੀ ਹੈ? ਸਮੇਂ ਦੀ ਚਾਲ ਨਾਲ ਭਾਸ਼ਾ ਬਦਲਦੀ ਰਹਿੰਦੀ ਹੈ ਅਤੇ ਭਾਸ਼ਾ ਦੇ ਨਿਯਮ ਵੀ ਬਦਲਦੇ ਹਨ। ਇਸ ਕਰਕੇ ਸਮੇਂ-ਸਮੇਂ ਵਿਆਕਰਨ ਦੇ ਨਿਯਮਾਂ ਵਿੱਚ ਤਬਦੀਲੀ ਕਰਨੀ ਪੈਂਦੀ ਹੈ। ਅਗਲਾ ਸਾਡਾ ਅਭਿਆਸ ਦਾ ਪ੍ਰਸ਼ਨ ਹੈ, ਵਿਆਕਰਨ ਦੀ ਪੜ੍ਹਾਈ ਪੜ੍ਹਨੀ ਕਿਉਂ ਜ਼ਰੂਰੀ ਹੈ? ਭਾਵ ਕਿ ਤੁਹਾਨੂੰ ਵਿਆਕਰਨ ਕਿਉਂ ਪੜ੍ਹਾਈ ਜਾਂਦੀ ਹੈ? ਕਿਸੇ ਵੀ ਭਾਸ਼ਾ ਦੇ ਸ਼ੁੱਧ ਅਤੇ ਮਿਆਰੀ ਸਰੂਪ ਨੂੰ ਸਮਝਣ ਲਈ ਵਿਆਕਰਨ ਦੀ ਪੜ੍ਹਾਈ ਪੜ੍ਹਨੀ ਜ਼ਰੂਰੀ ਹੈ। ਇਸ ਤੋਂ ਇਲਾਵਾ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਸ਼ਾਵਾਂ
ਸਿੱਖਣ ਲਈ ਤਾਂ ਵਿਆਕਰਨ ਦੀ ਪੜ੍ਹਾਈ ਪੜ੍ਹਨੀ ਹੋਰ ਵੀ ਜ਼ਰੂਰੀ ਹੈ। ਅਭਿਆਸ ਦਾ ਅਗਲਾ ਪ੍ਰਸ਼ਨ ਹੈ, ਵਿਆਕਰਨ ਦਾ ਕੀ ਮੰਤਵ ਹੈ? ਭਾਵ ਵਿਆਕਰਨ ਦਾ ਕੀ ਉਦੇਸ਼ ਹੈ? ਵਿਆਕਰਨ ਦਾ ਮੰਤਵ ਕਿਸੇ ਵੀ ਭਾਸ਼ਾ ਦੇ ਵਰਤਾਰੇ ਨੂੰ ਵਿਗਿਆਨਕ ਢੰਗ ਨਾਲ ਸਮਝਣਾ ਹੈ। ਇਸ ਰਾਹੀਂ ਭਾਸ਼ਾ ਦੇ ਵਰਤਾਰੇ ਪਿੱਛੇ ਕੰਮ ਕਰਦੇ ਨਿਯਮ ਕੱਢੇ ਜਾਂਦੇ ਹਨ। ਸੋ ਉਹਨਾਂ ਨਿਯਮਾਂ ਨੂੰ ਸਮੁੱਚੀ ਭਾਸ਼ਾ ਉੱਤੇ ਲਾਗੂ ਕਰਕੇ ਭਾਸ਼ਾ ਦਾ ਮਿਆਰੀ ਜਾਂ ਟਕਸਾਲੀ ਰੂਪ ਤਿਆਰ ਕੀਤਾ ਜਾਂਦਾ ਹੈ। ਅਗਲਾ ਸਾਡਾ ਪ੍ਰਸ਼ਨ ਹੈ, ਬੋਲਚਾਲ ਦੀ ਭਾਸ਼ਾ ਵਿੱਚ ਵਿਆਕਰਨਿਕ ਨਿਯਮਾਂ ਤੋਂ ਲਈ ਜਾਂਦੀ ਖੁੱਲ੍ਹ ਨੂੰ ਕਿਵੇਂ ਪੂਰਾ ਕੀਤਾ ਜਾਂਦਾ ਹੈ? ਪਿਆਰੇ ਵਿਦਿਆਰਥੀਓ, ਬੋਲਚਾਲ ਦੀ ਭਾਸ਼ਾ ਤੇ ਟਕਸਾਲੀ ਭਾਸ਼ਾ ਦੋਹਾਂ ਦੇ ਵਿੱਚ ਹੀ ਵਿਆਕਰਨਿਕ ਨਿਯਮਾਂ ਦੀ ਜ਼ਰੂਰਤ ਹੁੰਦੀ ਹੈ, ਪਰੰਤੂ ਟਕਸਾਲੀ ਭਾਸ਼ਾ ਬਿਲਕੁਲ ਵਿਆਕਰਨਿਕ ਨਿਯਮਾਂ ਦੇ ਵਿੱਚ ਬੱਝੀ ਹੋਈ ਹੁੰਦੀ ਹੈ, ਜਦੋਂ ਕਿ ਬੋਲਚਾਲ ਦੀ ਭਾਸ਼ਾ ਵਿੱਚ ਅਸੀਂ ਕਿਤੇ ਨਾ ਕਿਤੇ ਵਿਆਕਰਨਿਕ ਨਿਯਮਾਂ ਤੋਂ ਖੁੱਲ੍ਹ ਲੈ ਲੈਂਦੇ ਹਾਂ, ਭਾਵ ਕਿ ਕਿਤੇ ਨਾ ਕਿਤੇ ਅਸੀਂ ਵਿਆਕਰਨਿਕ ਨਿਯਮਾਂ ਨੂੰ ਪਾਸੇ ਰੱਖ ਦਿੰਦੇ ਹਾਂ। ਸੋ ਸਾਡਾ ਉਹੀ ਪ੍ਰਸ਼ਨ ਹੈ ਕਿ ਬੋਲਚਾਲ ਦੀ ਭਾਸ਼ਾ ਵਿੱਚ ਵਿਆਕਰਨਿਕ ਨਿਯਮਾਂ ਤੋਂ ਲਈ ਜਾਂਦੀ ਖੁੱਲ੍ਹ ਨੂੰ ਕਿਵੇਂ ਪੂਰਾ ਕੀਤਾ ਜਾਂਦਾ ਹੈ? ਬੋਲਚਾਲ ਸਮੇਂ ਬੋਲਣ ਵਾਲਾ ਆਮ ਤੌਰ ਤੇ ਆਪਣੇ ਸਰੋਤੇ ਦੇ ਸਨਮੁਖ ਹੁੰਦਾ ਹੈ, ਇਸ ਲਈ ਉਹ ਵਿਆਕਰਨਿਕ ਨਿਯਮਾਂ ਤੋਂ ਲਈ ਜਾਂਦੀ ਖੁੱਲ੍ਹ ਨੂੰ ਗੱਲ ਦੁਹਰਾ ਕੇ ਚਿਹਰੇ ਦੇ ਪ੍ਰਭਾਵਾਂ ਜਾਂ ਇਸ਼ਾਰਿਆਂ ਦੀ ਸਹਾਇਤਾ ਨਾਲ ਪੂਰਾ ਕਰ ਦਿੰਦਾ। ਭਾਵ ਜਿਹੜਾ ਬੋਲ ਰਿਹਾ ਹੁੰਦਾ ਹੈ ਉਹ ਤੇ ਉਹਨੂੰ ਸੁਣਨ ਵਾਲਾ, ਉਹ ਦੋਨੇ ਇੱਕ ਦੂਜੇ ਦੇ ਕੋਲ ਹੁੰਦੇ ਆ, ਸਨਮੁਖ ਸਾਹਮਣੇ ਹੁੰਦੇ ਆ। ਇਸੇ ਲਈ ਕਈ ਵਾਰੀ ਕੀ ਹੁੰਦਾ ਹੈ, ਅਸੀਂ ਕਈ ਗੱਲਾਂ ਨੂੰ ਬੋਲਦੇ ਹੀ ਨਹੀਂ, ਅਸੀਂ ਉਹਨਾਂ ਨੂੰ ਇਸ਼ਾਰਿਆਂ ਨਾਲ ਹੀ ਸਮਝਾ ਦਿੰਦੇ ਹਾਂ। ਕਦੇ ਕਦੇ ਅਸੀਂ ਆਪਣੀ ਗੱਲ ਨੂੰ 2 ਵਾਰੀ ਬੋਲ ਦਿੰਦੇ ਹਾਂ, ਕਈ ਵਾਰੀ ਅਸੀਂ ਚਿਹਰੇ ਨੂੰ ਹੀ ਬਦਲ ਕੇ, ਭਾਵ ਕਿ ਉਹਦੇ ਹਾਵ ਭਾਵ ਬਦਲ ਕੇ ਗੱਲ ਸਮਝਾ ਦਿੰਦੇ ਹਾਂ। ਇਸ ਕਰਕੇ ਬੋਲਚਾਲ ਸਮੇਂ ਬੋਲਣ ਵਾਲੀ ਜਿਹੜੀ ਭਾਸ਼ਾ ਹੁੰਦੀ ਹੈ ਉਸ ਵਿੱਚ ਵਿਆਕਰਨਿਕ ਨਿਯਮਾਂ ਤੋਂ ਲਈ ਜਾਂਦੀ ਖੁੱਲ੍ਹ ਨੂੰ ਗੱਲ ਦੁਹਰਾ ਕੇ ਚਿਹਰੇ ਦੇ ਪ੍ਰਭਾਵਾਂ ਜਾਂ ਇਸ਼ਾਰਿਆਂ ਦੀ ਸਹਾਇਤਾ ਨਾਲ ਪੂਰਾ ਕਰ ਲਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਸਾਡਾ, ਵਿਆਕਰਨ ਦੇ ਮੁੱਖ ਅੰਗ ਕਿਹੜੇ-ਕਿਹੜੇ ਹਨ? ਭਾਵ ਕਿ ਵਿਆਕਰਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਸੋ ਵਿਆਕਰਨ ਦੇ ਮੁੱਖ 4 ਅੰਗ ਆ ਪਿਆਰੇ ਵਿਦਿਆਰਥੀਓ, ਜਿਨ੍ਹਾਂ ਵਿੱਚ ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਤੇ ਅਰਥ ਬੋਧ, ਇਹ ਵਿਆਕਰਨ ਦੇ 4 ਅੰਗ ਹੈ। ਧੁਨੀ ਬੋਧ ਉਹ ਜਿਸ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਸ਼ਬਦ ਬੋਧ ਉਹ ਜਿਹਦੇ ਵਿੱਚ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ। ਵਾਕ ਬੋਧ ਉਹ ਜਿਹਦੇ ਵਿੱਚ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ। ਤੇ ਅਰਥ ਬੋਧ ਉਹ ਜਿਹਦੇ ਵਿੱਚ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਕੀਤਾ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਸਾਰੀ ਗੱਲਬਾਤ ਨੂੰ ਬੜੇ ਧਿਆਨ ਨਾਲ ਸੁਣਿਆ। ਆਸ ਕਰਦਾ ਹਾਂ ਸਾਰੀ ਗੱਲਬਾਤ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਸੋ ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਮੈਂ ਤੁਹਾਡੇ ਕੋਲੋਂ ਵਿਦਾ ਲੈਂਦਾ ਹਾਂ। ਸੋ ਪਿਆਰੇ ਵਿਦਿਆਰਥੀਓ, ਤੁਹਾਡਾ ਸਭ ਦਾ ਫਿਰ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।